ਧੰਨ ਵਾਹਿਗੁਰੂ ਜੀ। ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਦੂਧ ਤਾਂ ਬਸ਼ਰੈ ਥਨੋ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਦੂਧ ਤਾਂ ਬਸ਼ਰੈ ਥਨੋ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋਂ, ਅਵਰ ਨਾ ਫੂਲ ਅਨੂਪ ਨਾ ਪਾਵੋਂ। ਰਹਾਉ ਮੈਂ ਲਾਗਰ ਬੇਰੀ ਹੈ ਭੁਯੰਗਾ, ਵੇਖ ਅੰਮ੍ਰਿਤ ਬਸੈ ਇਕ ਸੰਗਾ। ਧੂਪ ਦੀਪ ਨੈਵੇਦਯ ਬਾਸਾ, ਕੈਸੇ ਪੂਜ ਕਰਹਿ ਤੇਰੀ ਦਾਸਾ। ਤਨ ਮਨ ਅਰਪਉ ਪੂਜ ਚਰਾਵੋਂ, ਗੁਰ ਪ੍ਰਸਾਦ ਨਿਰੰਜਨ ਪਾਵੋਂ। ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਾਤ ਮੋਰੀ। ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਾਤ ਮੋਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਪ੍ਰੇਮ, ਉਤਸ਼ਾਹ ਅਤੇ ਸਤਿਕਾਰ ਸਹਿਤ ਸ਼ਰਵਣ ਕੀਤੀ ਹੈ। ਬਾਬਾ ਰਵਿਦਾਸ ਸਾਹਿਬ ਮਹਾਰਾਜ ਦੀ ਉਚਾਰਨ ਕੀਤੀ ਹੋਈ ਬਾਣੀ, ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੱਖ-ਵੱਖ ਰਾਗਾਂ ਵਿੱਚ, ਤਕਰੀਬਨ 16 ਰਾਗਾਂ ਵਿੱਚ 40 ਪਦੇ 40 ਸ਼ਬਦ ਭਗਤ ਰਵਿਦਾਸ ਸਾਹਿਬ ਮਹਾਰਾਜ ਜੀ ਦੇ ਵੱਖ-ਵੱਖ ਥਾਈਂ ਦਰਜ ਹਨ, ਜਿਨ੍ਹਾਂ ਦੀ ਆਪਾਂ ਲੜੀਵਾਰ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ। ਜਿਸ ਮੁਬਾਰਕ ਸ਼ਬਦ ਦਾ ਆਪ ਜੀ ਨੇ ਪਾਠ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 525 ਉੱਪਰ ਗੂਜਰੀ ਰਾਗ ਦੇ ਵਿੱਚ ਇਹ ਮੁਬਾਰਕ ਸ਼ਬਦ ਦਰਜ ਹੈ। ਇਸ ਰਾਗ ਦੇ ਵਿੱਚ ਬਾਬਾ ਰਵਿਦਾਸ ਸਾਹਿਬ ਮਹਾਰਾਜ ਦਾ ਕੇਵਲ ਇੱਕੋ ਹੀ ਪਦਾ, ਇੱਕੋ ਹੀ ਸ਼ਬਦ ਦਰਜ ਹੈ ਤੇ ਸ਼ਬਦ ਦਾ ਸਿਰਲੇਖ ਹੈ ਗੂਜਰੀ। ਰਾਗ ਦਾ ਨਾਮ ਹੈ ਸ਼੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ। ਹਾਲਾਂਕਿ ਭਾਵੇਂ ਪਦਾ ਇੱਕੋ ਹੀ ਹੈ, ਸ਼ਬਦ ਇੱਕੋ ਹੀ ਹੈ, ਪਰ ਇਹਨੂੰ ਬਹੁ ਵਚਨ ਵਿੱਚ ਲਿਖਿਆ, ਕਿਉਂਕਿ ਇਵੇਂ ਹੈ ਵੀ ਜਿੱਥੇ ਇੱਥੇ ਭਾਵ ਇਹ ਨਹੀਂ ਵੀ ਇੱਥੇ ਇੱਕ ਤੋਂ ਵਧੇਕ ਪਦੇ ਦਰਜ ਹਨ, ਵੀ ਬਾਬਾ ਰਵਿਦਾਸ ਸਾਹਿਬ ਜੀ ਦੇ ਇੱਕ ਤੋਂ ਵੱਧ 2 ਜਾਂ 3 ਪਦੇ ਹਨ। ਇਹਦਾ ਭਾਵ ਇਹ ਹੈ ਵੀ
ਬਾਬਾ ਰਵਿਦਾਸ ਸਾਹਿਬ ਜੀ ਦੇ ਪਦਿਆਂ ਵਿੱਚੋਂ ਇੱਕ ਪਦਾ ਹੈ, ਇਸ ਕਰਕੇ ਬਹੁਤਾ ਬਹੁਵਚਨ ਸ਼ਬਦ ਜਿਹੜਾ ਬਾਕੀ ਸ਼ਬਦਾਂ ਦੇ ਲਈ ਵਰਤਿਆ ਗਿਆ। ਘਰ ਤੀਜਾ ਦਾ ਭਾਵ ਹੈ ਇਸ ਨੂੰ ਸੁਰ ਅਤੇ ਤਾਲ ਨਾਲ ਸੰਬੰਧਿਤ ਤੀਜੇ ਘਰ ਵਿੱਚ ਗਾਇਆ ਜਾਣਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਹਿੰਦਸਾ, ਇੱਕ ਕੇਂਦਰੀ ਮੂਲਕ ਸੱਤਾ ਦਾ ਲਖਾਇਕ। ਇਸ ਨੂੰ ਅਸੀਂ ਕਹਿੰਦੇ ਵੀ ਜੋ ਜਗਤ ਦਾ ਮੂਲ ਹੈ, ਸੰਸਾਰ ਨੂੰ ਚਲਾਉਂਦਾ ਹੈ, ਜਿਸ ਦਾ ਹੁਕਮ ਵਰਤਦਾ ਹੈ, ਉਹ ਇੱਕੋ ਹੀ ਸੱਤਾ ਹੈ। ਉਹ ਕੋਈ ਖੰਡਤ ਭਿੰਨ ਭਿੰਨ ਹਿੱਸਿਆਂ 'ਚ ਵੰਡੀ ਹੋਈ ਤਾਕਤ ਨਹੀਂ, ਉਹ ਇੱਕੋ ਤਾਕਤ ਹੀ ਸਾਰੇ ਸੰਸਾਰ ਦੇ ਸਾਰੇ ਵਿਹਾਰ ਨੂੰ ਚਲਾਉਣ ਵਾਲੀ। ਓੰਕਾਰ ਦਾ ਭਾਵ ਹੈ ਵੀ ਉਹ ਸਭਨਾਂ ਵਿੱਚ ਵਿਆਪਕ ਹੈ। ਉਹ ਇੱਕ ਜਗ੍ਹਾ ਦੇ ਉੱਤੇ ਲਿਮਟਡ ਹੋ ਕੇ ਨਹੀਂ ਬੈਠੀ, ਉਹਦੀ ਕੋਈ ਹੱਦ ਨਹੀਂ, ਉਹ ਅਨਹੱਦ ਹੈ ਤੇ ਹਰ ਜਗ੍ਹਾ ਦੇ ਉੱਤੇ ਵਿਆਪਕ ਹੈ। ਸਤ ਸ਼ਬਦ ਦਾ ਭਾਵ ਹੈ ਵੀ ਸਦੀਵ ਕਾਲ, ਪਹਿਲਾਂ ਵੀ ਸੀ, ਅੱਜ ਵੀ ਹੈ, ਆਉਣ ਵਾਲੇ ਵਕਤ ਵਿੱਚ ਵੀ ਜਿਹੜੀ ਤਾਕਤ ਸਦੀਵ ਕਾਲ ਰਹੇਗੀ। ਸੱਚੇ ਗੁਰੂ ਦੀ ਮਿਹਰ ਦੇ ਨਾਲ। ਪ੍ਰਸਾਦ ਦਾ ਮਤਲਬ ਹੈ ਕਿਰਪਾ, ਬਖਸ਼ਿਸ਼, ਰਹਿਮਤ। ਗੁਰੂ ਦੇ ਪ੍ਰਸਾਦ, ਸੱਚੇ ਗੁਰੂ ਦੀ ਮਿਹਰ ਨਾਲ, ਅਨੁਭਵ ਨਾਲ, ਉਪਦੇਸ਼ ਨਾਲ ਐਸੇ ਪਰਮੇਸ਼ਰ ਦੀ ਸੋਝੀ ਜੀਵ ਨੂੰ ਆਪਣੇ ਵਜੂਦ ਵਿੱਚੋਂ ਹੁੰਦੀ ਹੈ। ਇਸ ਤੋਂ ਅੱਗੇ ਸ਼ਬਦ ਦੀ ਅਰੰਭਤਾ ਔਰ ਰਹਾਉ ਦਾ ਜਿਹੜਾ ਬੰਦ ਹੈ, ਉਸ ਵਿੱਚ ਜਿਹੜਾ ਸੰਬੋਧਨ ਕਰਨ ਲਈ, ਜਿਵੇਂ ਆਪਾਂ ਕਿਸੇ ਨੂੰ ਸੁਣਾ ਕੇ ਗੱਲ ਕਹਿੰਦੇ ਉਹਨੂੰ ਕਹਿੰਦੇ ਨੇ ਸੰਬੋਧਨ ਕਰਨਾ, ਤਾਂ ਇੱਥੇ ਜਿਹੜਾ ਸੰਬੋਧਨ ਕਾਰਕ ਸ਼ਬਦ ਵਰਤਿਆ ਉਹ ਹੈ ਮਾਈ, ਹੇ ਮੇਰੀ ਮਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਾਈ ਰੇ, ਮਨ ਰੇ, ਮਾਈ, ਮਨ, ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ, ਪ੍ਰਾਣੀ, ਇਹ ਸਾਰੇ ਸ਼ਬਦ ਜਿਹੜੇ ਹਨ ਸੰਬੋਧਨ ਕਾਰਕ ਹਨ। ਹੇ ਮੇਰੀ ਮਾਂ, ਗੋਬਿੰਦ ਪੂਜਾ ਕਹਾਂ ਲੈ ਚਰਾਵਾਂ। ਗੋਬਿੰਦ ਦਾ ਮਤਲਬ ਹੈ ਸ੍ਰਿਸ਼ਟੀ ਦਾ ਸਿਰਜਕ, ਜਿਸ ਨੇ ਜਗਤ ਨੂੰ ਬਣਾਇਆ, ਜਿਸ ਨੇ ਕੁਦਰਤ ਨੂੰ ਰਚਿਆ, ਭਾਵ ਰੱਬ, ਪਰਮੇਸ਼ਰ, ਅਕਾਲ ਪੁਰਖ, ਭਗਵਾਨ, ਪ੍ਰਭੂ। ਹੁਣ ਪਰਮੇਸ਼ਰ ਦੀ ਪੂਜਾ ਮੈਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਭੇਟ ਚੜਾ ਕੇ ਕਰਾਂ? ਉਹ ਕਿਹੜੀਆਂ ਭੇਟਾਵਾਂ ਹਨ ਜਿਹੜੀਆਂ ਮੈਂ ਉਸ ਰੱਬ ਨੂੰ ਅਰਪਿਤ ਕਰਾਂ, ਭੇਟਾ ਕਰਾਂ? ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਭੇਟਾ ਕਰਾਂ? ਕਿਹੜੀਆਂ ਵਸਤੂਆਂ ਨੇ ਜਿਹੜੀਆਂ ਮੈਂ ਭੇਟਾ ਕਰਾਂ ਤੇ ਫਿਰ ਉਹਦੀ ਪੂਜਾ ਸੰਪੰਨ ਹੋਣੀ? ਇਹ ਇਸ਼ਾਰਾ ਇਸ ਪਾਸੇ ਵੱਲ ਹੈ। ਧਿਆਨ ਦਈਏ ਵੀ ਇਸ ਸ਼ਬਦ ਦਾ ਜੋ ਇਹ ਜਿਹੜਾ ਬਾਬਾ ਰਵਿਦਾਸ ਸਾਹਿਬ ਨੇ ਇਹ ਲਫ਼ਜ਼ ਵਰਤੇ ਨੇ, ਇਹਦੇ ਪਿੱਛੇ ਇੱਕ ਰੀਜ਼ਨ, ਇੱਕ ਕਾਰਨ। ਜਦੋਂ ਮਿਥ ਲਿਆ ਗਿਆ ਨਾ ਵੀ ਭਗਵਾਨ ਜਾਂ ਰੱਬ ਇੱਕ ਥਾਂ ਤੇ ਹੈ, ਤੇ ਇੱਕ ਦਿਸ਼ਾ ਵਿੱਚ ਹੀ ਨਹੀਂ ਬਲਕਿ ਇੱਕ ਥਾਂ ਤੇ ਉਹ ਥਾਂ ਵੀ ਜਿਹੜੀ ਖਾਸ ਰੇਰ ਮਿਥ ਲਈ ਗਈ ਵੀ ਇੱਕ ਸਟਰਕਚਰ, ਇੱਕ ਸਟੈਚੂ, ਇੱਕ ਮੂਰਤੀ ਘੜੀ, ਤੇ ਉਹਨੂੰ ਕਹੇ ਭਗਵਾਨ ਹੈ, ਇਹ ਰੱਬ ਹੈ। ਹੁਣ ਰੱਬ ਉਹ ਮੂਰਤੀ ਹੈ, ਉਹਦੇ ਵਿੱਚ ਭਗਵਾਨ। ਵੈਸੇ ਉਹਦਾ ਵੀ ਇੱਕ ਖਾਸ ਤਕਨੀਕ ਹੈ ਵੀ ਜਦੋਂ ਮੰਦਿਰ ਵਿੱਚ ਮੂਰਤੀ ਬਣਾਈ ਜਾਂਦੀ ਹੈ ਨਾ, ਭਾਈ ਸਭ ਤੋਂ ਪਹਿਲਾਂ ਮੂਰਤੀ ਘੜਨ ਵਾਲਾ ਮੂਰਤੀ ਘੜਦਾ। ਮੂਰਤੀ ਘਾੜਿਆਂ ਦਾ ਇੱਕ ਆਪਣਾ ਹੁਨਰ ਹੁੰਦਾ ਹੈ, ਉਹ ਬੇਜਾਨ ਬੇਢੰਗੇ ਪੱਥਰ ਦੇ ਵਿੱਚੋਂ ਆਪਣੇ ਹੁਨਰ ਨਾਲ ਇੱਕ ਮੂਰਤੀ ਤਰਾਸ਼ ਦਿੰਦੇ। ਉਹਨਾਂ ਨੂੰ ਬੁੱਤ ਘਾੜੇ ਕਿਹਾ ਜਾਂਦਾ ਜਾਂ ਬੁੱਤ ਤਰਾਸ਼ ਕਿਹਾ ਜਾਂਦਾ। ਉਹਨਾਂ ਨੂੰ ਪਹਿਲਾਂ ਦੱਸਿਆ ਜਾਂਦਾ ਵੀ ਮੂਰਤੀ ਕਿਹੜੇ ਦੇਵਤੇ ਦੀ ਬਣਾਉਣੀ। ਉਹਨਾਂ ਨੇ ਉਸ ਹਿਸਾਬ ਨਾਲ ਉਹਦੇ ਨੈਣ ਨਕਸ਼ ਕਰ, ਕਿਉਂਕਿ ਹਰ ਦੇਵੀ ਦੇਵਤੇ ਦੇ ਨੈਣ ਨਕਸ਼ ਜਿਹੜੇ ਨੇ ਉਹ ਪੁਜਾਰੀਆਂ ਪੁਰੋਹਿਤਾਂ ਨੇ ਮਿਥੇ ਨੇ ਵੀ ਗਣੇਸ਼ ਕਿਹੋ ਜਿਹਾ ਹੋਏਗਾ, ਸ਼ਿਵ ਜੀ ਕਿਹੋ ਜਿਹਾ ਹੋਏਗਾ, ਜਾਂ ਕੋਈ ਵੀ ਦੇਵਤਾ ਕਿਹੋ ਜਿਹਾ ਹੋਏਗਾ, ਉਹਦੇ ਨੈਣ ਨਕਸ਼ ਉਹਨਾਂ ਮਿਥੇ ਨੇ ਨਾ। ਇਸ ਕਰਕੇ ਉਹਨੂੰ ਦੱਸਿਆ ਜਾਂਦਾ ਵੀ ਫਲਾਂ ਦੇਵਤੇ ਦੀ ਮੂਰਤੀ ਘੜਨੀ, ਉਹ ਫਿਰ ਘੜ ਦਿੰਦਾ, ਤਰਾਸ਼ ਦਿੰਦਾ। ਉਦੋਂ ਤੱਕ ਉਹਨੂੰ ਸਧਾਰਨ ਹੀ ਮੰਨਿਆ ਜਾਂਦਾ ਵੀ ਇਹ ਮੂਰਤੀ ਹੈ, ਮਹਿਜ਼ ਇੱਕ ਮੂਰਤੀ। ਫਿਰ ਕੀ ਕੀਤਾ ਜਾਂਦਾ ਹੈ ਵੀ ਉਸ ਮੂਰਤੀ ਨੂੰ ਅਸਥਾਪਨ ਕੀਤਾ ਜਾਂਦਾ। ਉਹਨੂੰ ਅਸਥਾਪਨ ਕਰਨ ਲਈ ਖਾਸ ਇੱਕ ਰਸਮ ਪੂਰੀ ਕੀਤੀ ਜਾਂਦੀ, ਇੱਕ ਖਾਸ ਵਿਧੀ ਨਾਲ। ਜਿੰਨਾ ਚਿਰ ਹੁਣ ਕਿਸੇ ਵੀ ਪੁਰੋਹਿਤ ਨੂੰ ਪੁੱਛ ਕੇ ਵੇਖਣਾ ਵੀ ਜਦੋਂ ਇਹ ਮੂਰਤੀ ਤੁਸੀਂ ਅਸਥਾਪਨ ਨਹੀਂ ਕੀਤੀ, ਇਹ ਤਾਂ ਕਿੱਥੇ ਪਈ ਹੋਈ ਸੀ, ਰਾਹ ਵਿੱਚ ਸੜਕ ਦੇ ਕੰਢੇ ਰੱਖ ਕੇ ਉਹ ਘੜ ਰਿਹਾ ਸੀ, ਇਹਦੇ ਉੱਤੇ ਪੈਰ ਰੱਖ ਕੇ ਇਹਨੂੰ ਕਿਸਨੇ ਜਿਵੇਂ ਆਮ ਸਧਾਰਨ ਪੱਥਰ ਨਾਲ ਜੋ ਹੁੰਦਾ ਹੈ ਉਹ ਕੁਝ ਇਹਦੇ ਨਾਲ ਹੋਇਆ। ਉਹ ਕਹੇਗਾ ਉਦੋਂ ਤੱਕ ਇਹ ਭਗਵਾਨ ਨਹੀਂ ਸੀ ਅਜੇ। ਆਖਿਆ ਵੀ ਇਹ ਤਾਂ ਉਹੀ ਮੂਰਤੀ ਹੈ ਜਿਹੜੀ ਮੰਦਿਰ 'ਚ ਹੈ, ਭਗਵਾਨ ਕਿਉਂ ਨਹੀਂ ਸੀ? ਤੁਸੀਂ ਮਗਰੋਂ ਭਗਵਾਨ ਮੰਨਣ ਲੱਗ ਪਏ, ਪਹਿਲਾਂ ਕਿਉਂ ਨਹੀਂ ਮੰਨਿਆ? ਤੇ ਉਹ ਲੌਜਿਕ ਦਿੰਦੇ ਨੇ, ਉਹਨਾਂ ਦਾ ਆਪਣਾ ਇੱਕ ਵਿਸ਼ਵਾਸ ਹੈ
ਤੇ ਉਹ ਆਪਣੀ ਇੱਕ ਵਿਆਖਿਆ ਕਰਦੇ ਨੇ ਇਸ ਗੱਲ ਦੀ। ਉਹ ਕਹਿੰਦੇ ਨੇ ਵੀ ਉਦੋਂ ਤੱਕ ਇਹ ਭਗਵਾਨ, ਕਿਉਂਕਿ ਇਹਨੂੰ ਭਗਵਾਨ ਵਜੋਂ ਸਥਾਪਨ ਨਹੀਂ ਸੀ ਕੀਤਾ ਗਿਆ। ਇਹ ਮੂਰਤੀ ਇੱਕ ਚਿੰਨ੍ਹ ਹੈ, ਇੱਕ ਪ੍ਰਤੀਕ ਹੈ। ਫਿਰ ਇਸ ਮੂਰਤੀ ਨੂੰ ਖਾਸ ਵਿਧੀ ਨਾਲ ਜਦੋਂ ਮੰਦਰ ਵਿੱਚ ਸਥਾਪਨ ਕੀਤਾ ਜਾਂਦਾ ਤੇ ਉਦੋਂ ਭਗਵਾਨ ਇਸ ਮੂਰਤੀ ਵਿੱਚ ਆ ਕੇ ਪ੍ਰਵੇਸ਼ ਕਰਦਾ, ਇਹ ਉਦੋਂ ਭਗਵਾਨ ਬਣ। ਹਾਲਾਂਕਿ ਬਾਬਾ ਕਬੀਰ ਸਾਹਿਬ ਨੇ ਇਹ ਬੜੀ ਇੱਕ ਤਰ੍ਹਾਂ ਦੀ ਵਿਵੇਕ ਦੀ ਗੱਲ ਕੀਤੀ ਹੈ। ਉਹਨਾਂ ਆਪਣੇ ਇੱਕ ਸ਼ਬਦ ਵਿੱਚ ਕਿਹਾ, ਪਾਖਾਨ ਗੜ ਕੈ ਮੂਰਤ ਕੀਨੀ, ਪੱਥਰ ਨੂੰ ਘੜ ਕੇ ਮੂਰਤੀ ਬਣਾ ਲਈ, ਦੇ ਕੇ ਛਾਤੀ ਪਾਉ। ਹੁਣ ਜਦੋਂ ਉਹਦਾ ਮੂੰਹ ਘੜ ਰਿਹਾ ਸੀ ਉਹ ਤੇ ਉਹਨੇ ਉਹਦੀ ਛਾਤੀ ਤੇ ਬਹਿਣਾ ਹੀ ਸੀ, ਵੱਡਾ ਪੱਥਰ ਹੈ ਤੇ ਹੁਣ ਪਾਸੇ ਹੋ ਕੇ ਥੋੜਾ ਘੜੇਗਾ। ਜ਼ਮੀਨ ਤੇ ਉਹ ਪੱਥਰ ਪਿਆ ਸੀ ਤੇ ਉਹਦੇ ਉੱਤੇ ਬਹਿ ਕੇ ਉਹ ਘੜਦਾ ਰਿਹਾ ਆਪਣੀ ਮਰਜ਼ੀ, ਜਿਵੇਂ ਉਹਦਾ ਸੂਤ ਆਉਂਦਾ ਰਿਹਾ ਜਿਸ ਪਾਸੇ ਹੋ ਕੇ। ਛਾਤੀ ਤੇ ਉਹਨੇ ਕਦਮ ਰੱਖੇ ਸਨ ਤੇ ਉਹਦਾ ਮੂੰਹ, ਨੱਕ, ਅੱਖਾਂ ਘੜ ਰਿਹਾ ਸੀ। ਹੁਣ ਇਹ ਗੱਲ ਕਦੋਂ ਕਹੀ ਬਾਬਾ ਕਬੀਰ ਸਾਹਿਬ ਨੇ? ਜਦੋਂ ਜਿਸ ਵੇਲੇ ਉਹਨਾਂ ਕਿਹਾ ਨਾ ਵੀ ਵੇਖੋ ਠੀਕ ਹੈ, ਕੋਈ ਹੁਨਰ ਹੋ ਸਕਦਾ, ਕਲਾ ਹੋ ਸਕਦੀ, ਪਰ ਇਹ ਨਹੀਂ ਵੀ ਤੁਸੀਂ ਭਗਵਾਨ ਇੱਕ ਖਾਸ ਥਾਂ ਤੇ ਮਿਥ ਲਓ ਤੇ ਇੱਕ ਮੂਰਤੀ ਨੂੰ ਕਹੋ ਵੀ ਇਹ ਭਗਵਾਨ ਹੈ, ਬਾਕੀ ਸਾਰੀ ਦੁਨੀਆ ਭਗਵਾਨ ਤੋਂ ਖਾਲੀ ਹੈ। ਮੂਰਤ ਨੂੰ ਪੂਜਣਾ ਭਗਵਾਨ ਦੀ ਪੂਜਾ ਨਹੀਂ ਹੈ। ਮੂਰਤੀ ਭਗਵਾਨ ਨਹੀਂ ਹੋ ਸਕਦੀ। ਤੇ ਉਸ ਵੇਲੇ ਫਿਰ ਕਬੀਰ ਸਾਹਿਬ ਨੂੰ ਕਿਹਾ ਵੀ ਤੂੰ ਤਾਂ ਪਾਪੀ ਹੈ, ਪਾਪ ਲੱਗੇਗਾ ਤੈਨੂੰ ਵੀ ਇਸ ਤਰ੍ਹਾਂ ਦੇ ਸ਼ਬਦ ਤੂੰ ਭਗਵਾਨ ਲਈ ਵਰਤਦਾ ਹੈ, ਤੂੰ ਇਹਨੂੰ ਮੂਰਤੀ ਆਨਾ। ਹੁਣ ਉਹਨਾਂ ਨੇ ਫਿਰ ਅੱਗੋਂ ਫਿਰ ਇਹਦਾ ਜਵਾਬ ਦਿੱਤਾ, ਕਹਿਣ ਲੱਗੇ ਵੀ ਹੱਦ ਹੋ ਗਈ, ਮੇਰੇ ਕਹਿਣ ਨਾਲ ਹੀ ਪਾਪ ਲੱਗਦਾ ਹੈ। ਜਿਹਨੇ ਇਹਦੀ ਛਾਤੀ ਤੇ ਪੈਰ ਰੱਖ ਕੇ ਇਹਨੂੰ ਘੜਿਆ ਉਹਨੂੰ ਕੋਈ ਪਾਪ ਨਹੀਂ। ਪਾਖਾਨ ਗੜ ਕੇ ਮੂਰਤ ਕੀਨੀ, ਦੇ ਕੇ ਛਾਤੀ ਪਾਓ। ਜੇ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ। ਜੇ ਸੱਚਮੁੱਚ ਹੀ ਇਹਦਾ ਕੋਈ ਵਜੂਦ ਹੈ ਤੇ ਪਹਿਲਾਂ ਉਹਨੂੰ ਘੜਨ ਵਾਲੇ ਨੂੰ ਖਾਵੇ। ਸਭ ਤੋਂ ਵੱਡੀ ਬੇਅਦਬੀ ਤਾਂ ਉਹਨੇ ਕੀਤੀ ਹੈ ਇਹਦੀ। ਕਿਵੇਂ ਉਹਦੇ ਉੱਤੇ ਬਹਿ ਕੇ, ਪੈਰ ਰੱਖ ਕੇ, ਲੱਤਾਂ ਰੱਖ ਕੇ, ਇਹਨੂੰ ਸੱਟਾਂ ਮਾਰ ਮਾਰ ਕੇ ਉਹਨੇ ਇਹਨੂੰ ਘੜਿਆ। ਸਭ ਤੋਂ ਵੱਡੀ ਬੇਅਦਬੀ ਤਾਂ ਉਹਨੇ ਕੀਤੀ ਹੋਈ, ਮੈਂ ਤਾਂ ਗੱਲ ਹੀ ਕੀਤੀ ਹੈ। ਤਾਂ ਇਹ ਇੱਕ ਉਹਨਾਂ ਦਾ ਪੱਖ ਸੀ। ਤਾਂ ਪ੍ਰੋਹਿਤ ਕਹਿੰਦਾ ਵੀ ਜਦੋਂ ਇਹਨੂੰ ਮੰਦਰ 'ਚ ਸਥਾਪਨ ਕਰ ਦਿੱਤਾ ਗਿਆ ਨਾ, ਉਸ ਵੇਲੇ ਫਿਰ ਮੰਤਰਾਂ ਦਾ ਆਵਾਹਨ ਕਰਕੇ ਫਿਰ ਦੇਵਤੇ ਦੀਆਂ ਰੂਹ ਇਹਦੇ ਵਿੱਚ ਪ੍ਰਵੇਸ਼ ਕਰਦੀ, ਤਾਕਤ ਪ੍ਰਵੇਸ਼ ਕਰਦੀ, ਫਿਰ ਇਹ ਭਗਵਾਨ ਬਣਦਾ, ਪੂਜਣ ਯੋਗ ਹੋ ਜਾਂਦਾ। ਭਾਰਤ ਵਿੱਚ ਇੱਕ ਬੜੀ ਅਜੀਬ ਕਿਸਮ ਦੀ ਰਵਾਇਤ ਹੈ। ਇੱਕ ਤਿਉਹਾਰ ਆਉਂਦਾ ਹੈ ਜਿੱਥੇ ਗਣੇਸ਼ ਦੀਆਂ ਬੇਹਿਸਾਬ ਮੂਰਤੀਆਂ ਬਣਦੀਆਂ, ਬੜੇ ਰੰਗ, ਮਹਿੰਗੀਆਂ ਮਹਿੰਗੀਆਂ, ਸਸਤੀ ਤੋਂ ਲੈ ਕੇ ਮਹਿੰਗੀ ਤੱਕ। ਜਿਹੋ ਜਿਹਾ ਸ਼ਰਧਾਲੂ ਹੈ, ਸ਼ਰਧਾਲੂ ਦੀ ਜੇਬ ਤੇ ਡਿਪੈਂਡ ਕਰਦਾ ਨੇ ਵੀ ਉਹਨੇ ਕਿੰਨਾ ਕੁ ਮਹਿੰਗਾ ਭਗਵਾਨ ਖਰੀਦਣਾ, ਕਿੰਨਾ ਸਸਤਾ ਖਰੀਦਣਾ। ਉਹ ਖਰੀਦ ਲੈਂਦਾ। ਉਹ ਫਿਰ ਖਾਸ ਦਿਨ ਉਹਦੀ ਪੂਜਾ ਕੀਤੀ ਜਾਂਦੀ ਹੈ, ਫਿਰ ਉਹਨੂੰ ਚੁੱਕ ਕੇ ਦਰਿਆਵਾਂ, ਨਦੀਆਂ ਦੇ ਵਿੱਚ ਸੁੱਟਿਆ ਜਾਂਦਾ ਹੈ। ਔਰ ਅਸੀਂ ਆਮ ਹੀ ਅੱਜ ਕੱਲ੍ਹ ਤਾਂ ਮੀਡੀਆ ਬੜੀ ਛੇਤੀ ਗੱਲ ਕਰਦਾ ਹੈ, ਔਰ ਉਹ ਬਾਅਦ ਵਿੱਚ ਲੋਕ ਰੌਲਾ ਪਾਉਂਦੇ ਨੇ ਉਹ ਪਾਣੀ ਸਾਰਾ ਗੰਦਾ ਹੋ ਰਿਹਾ। ਉਹ ਮੂਰਤੀਆਂ ਸੁੱਟ ਸੁੱਟ ਕੇ ਉਹ ਫਿਰ ਕੰਢੇ ਤੇ ਪਈਆਂ ਹੁੰਦੀਆਂ ਨੇ, ਚਿੱਕੜ ਦੇ ਵਿੱਚ ਸੁੱਟੀਆਂ ਹੁੰਦੀਆਂ ਨੇ, ਗੰਦਗੀ ਵਾਲੇ ਥਾਂ ਤੇ ਸੁੱਟੀਆਂ ਹੁੰਦੀਆਂ ਨੇ। ਪਰ ਉਹਨਾਂ ਦੀ ਰਸਮ, ਉਹ ਕਹਿੰਦੇ ਕਿ ਜਦੋਂ ਰਸਮ ਹੋ ਗਈ ਫਿਰ ਭਗਵਾਨ ਥੋੜ੍ਹੀ ਰਹਿ ਗਿਆ। ਨਾ ਇਹ ਪਹਿਲਾਂ ਘੜਨ ਵੇਲੇ ਭਗਵਾਨ ਸੀ, ਜਿਸ ਵੇਲੇ ਇਹਨੂੰ ਜਲ ਪ੍ਰਵਾਹ ਕਰ ਦਿੱਤਾ ਨਾ, ਮਗਰੋਂ ਭਗਵਾਨ ਦਾ ਗੱਲ ਓਨੀ ਕੀ ਸੀ ਜਿੰਨੀ ਕੁ ਅਸੀਂ ਵਿਚਕਾਰ ਕਰ ਲਈ ਆ। ਤੋ ਇਹ ਕੇਵਲ ਤੇ ਕੇਵਲ ਆਪਣੀ ਗੱਲ ਨੂੰ ਸਹੀ ਕਹਿਣ ਦੀ ਇੱਕ ਵਿਆਖਿਆ ਹੈ, ਇੱਕ ਆਪਣਾ ਘੜਿਆ ਹੋਇਆ ਤਰਕ ਹੁੰਦਾ ਹੈ। ਪਰ ਗੁਰਮਤਿ ਨੇ ਕਿਹਾ, ਸਤਿਗੁਰੂ ਕਹਿੰਦੇ ਨੇ ਵੀ ਮੂਰਤ ਘੜਨ ਦੀ ਆਪਾਂ ਜਿਹੜਾ ਇਹ ਸ਼ਬਦ ਸਤਿਗੁਰੂ ਦਾ ਪੜ੍ਹਦੇ ਨਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਇਸੇ ਪ੍ਰਥਾ ਹੈ ਵੀ ਉਹਨੂੰ ਮੂਰਤੀ ਵਾਂਗ ਥਾਪਿਆ ਨਹੀਂ ਜਾ। ਜਿਵੇਂ ਮੂਰਤੀ ਨੂੰ ਸਥਾਪਨ ਕੀਤਾ ਜਾਂਦਾ ਨਾ, ਵੀ ਰੱਬ ਨੂੰ ਤੁਸੀਂ ਥਾਪ ਨਹੀਂ ਸਕਦੇ। ਤੁਸੀਂ ਕੌਣ ਹੁੰਦੇ ਹੋ ਰੱਬ ਨੂੰ ਘੜਨ ਵਾਲੇ? ਉਹਨੂੰ ਥਾਪਿਆ ਨਹੀਂ ਜਾ ਸਕਦਾ, ਨਾ ਕੀਤਾ ਨਾ ਸਾਡਾ ਬਣਾਇਆ ਉਹਨੂੰ ਬਣਨਾ। ਆਪੇ ਆਪ ਨਿਰੰਜਨ, ਉਹਦੀ ਹਸਤੀ ਆਪਣੇ ਆਪ ਤੋਂ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦ। ਉਹਦੇ ਨੂਰ ਤੋਂ, ਉਹਦੇ ਜ਼ਹੂਰ ਤੋਂ ਸਾਰੀ ਕਾਇਨਾਤ ਉਪਜੀ ਹੈ। ਅਸੀਂ ਉਹਨੂੰ ਥੋੜਾ ਘੜ ਰਹੇ ਹਾਂ। ਉਹਨੂੰ ਸਤਿਗੁਰੂ ਨੇ ਇੱਕ ਸ਼ਬਦ ਨਾਲ ਡਿਫਾਈਨ ਕੀਤਾ ਬਾਣੀ 'ਚ। ਇੱਕ ਕਿ ਅਜੂਨੀ, ਜੂਨਾ 'ਚ ਨਹੀਂ ਆਉਂਦਾ, ਤੇ ਦੂਜਾ ਸਹਿ ਭੰਗ। ਸਹਿ ਭੰਗ ਦਾ ਮਤਲਬ ਹੈ ਜਿਹੜਾ ਖੁਦ ਬਖੁਦ ਹੈ, ਆਪਣੇ ਆਪ ਤੋਂ ਹੈ। ਉਹਨੂੰ ਕੋਈ ਘੜਨ ਵਾਲਾ ਨਹੀਂ, ਉਹਨੂੰ ਕੋਈ ਬਣਾਉਣ ਵਾਲਾ ਨਹੀਂ। ਸੰਕਟ ਨਹੀਂ ਪਰੈ, ਜੋਨ ਨਹੀਂ ਆਵੈ, ਨਾਮ ਨਿਰੰਜਨ ਜਾ ਕੋਰੇ। ਕਬੀਰ ਕੋ ਸੁਆਮੀ ਐਸੋ ਠਾਕੁਰ, ਜਾ ਕੈ ਮਾਈ ਨਾ ਬਾਪੁਰ।
ਇਸੇ ਪ੍ਰਥਾਏ ਬਾਬਾ ਨਾਮਦੇਵ ਸਾਹਿਬ ਨੇ ਵੀ ਇੱਕ ਬਚਨ ਕਿਹਾ। ਉਹ ਕਹਿੰਦੇ ਨੇ, ਏਕੈ ਪਾਥਰ ਕੀਜੈ ਭਾਉ। ਭਾਉ ਦਾ ਮਤਲਬ ਪ੍ਰੇਮ ਕਰਨਾ, ਪੂਜਾ ਕਰਨੀ, ਕਿ ਉਹਨੂੰ ਰੱਬ ਸਮਝ ਕੇ ਇੱਕ ਪੱਥਰ ਨੂੰ ਤੁਸੀਂ ਪੂਜ ਲਿਆ। ਦੂਜਾ ਪਾਥਰ ਧਰੀਏ ਪਾਉ। ਇੱਕ ਪੱਥਰ ਹੋਇਆ ਜਿਹੜਾ ਰਾਹ 'ਚ ਪਿਆ, ਉਹਦੇ ਤੁਸੀਂ ਪੈਰ ਰੱਖ ਕੇ ਜਾਂਦੇ ਹੋ। ਜੇ ਉਹ ਦਿਓ, ਜੋ ਦੇਵਤਾ ਹੈ, ਭਗਵਾਨ ਹੈ, ਤਾਂ ਉਹ ਵੀ ਦੇਵਾ। ਫਿਰ ਉਹ ਭਗਵਾਨ ਕਿਉਂ ਨਹੀਂ? ਉਹ ਵੀ ਪੱਥਰ ਹੈ, ਉਹ ਵੀ ਪੱਥਰ ਹੈ। ਫਿਰ ਪੁੱਛਿਆ ਜੀ ਫਿਰ ਤੁਸੀਂ ਕਿਹਨੂੰ ਮੰਨਦੇ? ਕਹਿਣ ਲੱਗੇ, ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਮੈਂ ਤਾਂ ਕੇਵਲ ਪਰਮੇਸ਼ਰ ਨੂੰ ਯਾਦ ਕਰਦਾ, ਚੇਤੇ 'ਚ ਰੱਖਦਾ, ਉਹ ਹਰ ਜਗ੍ਹਾ 'ਤੇ ਹੈ। ਮੈਨੂੰ ਇਹ ਸਾਰੇ ਕਰਮ ਕਾਂਡ ਕਰਨ ਦੀ ਜ਼ਰੂਰਤ, ਲੋੜ ਨਹੀਂ। ਹੁਣ ਉਹ ਜਿਸ ਵੇਲੇ ਇੱਕ ਸਥਾਪਿਤ ਕੀਤੀ ਗਈ ਮੂਰਤੀ, ਤੇ ਉਹਨੂੰ ਫਿਰ ਉਹਦੀ ਖਾਸ ਵਿਧੀ ਨਾਲ ਪੂਜਾ ਹੁੰਦੀ ਹੈ। ਚੰਗੀਆਂ ਸੁੱਚੀਆਂ ਚੀਜ਼ਾਂ, ਆਪਾਂ ਕਹਿੰਦੇ ਨਾ ਸੁੱਚੀ ਚੀਜ਼ ਲਿਆਓ, ਚੇਤੇ ਵਿੱਚ ਰੱਖਣਾ। ਸਾਫ਼ ਚੀਜ਼ ਲਿਆਂਦੀ ਜਾ ਸਕਦੀ ਹੈ, ਸੁੱਚੀ ਨਹੀਂ ਲਿਆਂਦੀ ਜਾ ਸਕਦੀ। ਸਾਫ਼ ਚੀਜ਼ ਲਿਆਂਦੀ ਜਾ ਸਕਦੀ ਹੈ। ਵੀ ਕਿਸੇ ਨੇ ਇੱਕ ਹੁੰਦੀ ਨਾ ਗਿਲਾਨੀ ਵਾਲਾ ਭਾਵ, ਵੀ ਮੰਨ ਲਓ ਕਿਸੇ ਨੇ ਵਿੱਚੋਂ ਖਾਧਾ ਹੈ ਤੇ ਉਹਦਾ ਝੂਠਾ ਹੈ, ਉਹ ਤਾਂ ਹੋ ਸਕਦਾ ਹੈ ਵੀ ਇਸ ਤਰ੍ਹਾਂ ਕੋਈ ਨਾ ਕਰੇ। ਬਾਕੀ ਸੁੱਚੀ ਨਹੀਂ ਸਾਫ਼ ਕੀਤੀ ਜਾ ਸਕਦੀ ਹੈ। ਕੋਈ ਚੀਜ਼ ਸਫਾਈ ਨਾਲ ਲਿਆਂਦੀ ਜਾਏ, ਵੀ ਗਿਲਾਨੀ ਪੈਦਾ ਨਾ ਹੋਵੇ ਦੂਸਰੇ ਬੰਦੇ ਨੂੰ, ਵਰਤਣ ਵਾਲੇ ਨੂੰ ਜਾਂ ਦੂਜੇ ਨੂੰ ਖਾਣ ਵਾਲੇ ਨੂੰ। ਪਰ ਜੇ ਕੋਈ ਆਖੇ ਵੀ ਸੁੱਚੀ ਲਿਆਂਦੀ ਜਾਏ ਚੀਜ਼, ਉਹਦਾ ਵੀ ਆਪਾਂ ਅੱਗੇ ਜਾ ਕੇ ਸ਼ਬਦ ਵਿੱਚ ਹੀ ਜ਼ਿਕਰ ਕਰਾਂਗੇ। ਉਹ ਆਪਾਂ ਨਹੀਂ ਕਰ ਰਹੇ, ਬਾਬਾ ਰਵਿਦਾਸ ਸਾਹਿਬ ਨੇ ਜ਼ਿਕਰ ਕਰ ਦਿੱਤਾ ਵੀ ਕਿਵੇਂ ਕੋਈ ਚੀਜ਼ ਸੁੱਚੀ ਹੋ ਜਾਂਦੀ ਹੈ, ਕਿਵੇਂ ਝੂਠੀ ਹੁੰਦੀ ਹੈ। ਉਹਨਾਂ ਨੇ ਬੜੇ ਕਮਾਲ ਵਿਚਾਰ ਦਿੱਤੇ। ਉਹ ਫਿਰ ਸੁੱਚੀਆਂ ਚੀਜ਼ਾਂ ਲਿਆ ਕੇ, ਫੁੱਲ, ਖੀਰ, ਪਕਵਾਨ ਬਣਾ ਕੇ, ਧੂਫ ਅਗਰਬੱਤੀਆਂ ਲਾ ਕੇ, ਹੋਰ ਜੋ ਕੁਝ ਵੀ ਹੁੰਦਾ ਹੈ, ਖਾਸ ਵਿਧੀ ਨਾਲ ਪੂਜਾ ਕੀਤੀ ਜਾਂਦੀ ਹੈ ਤੇ ਮੱਥੇ ਟੇਕੇ ਜਾਂਦੇ। ਬਾਬਾ ਰਵਿਦਾਸ ਸਾਹਿਬ, ਉਹਨਾਂ ਨੂੰ ਤਾਂ ਅਧਿਕਾਰ ਨਹੀਂ ਸੀ ਮੰਦਰਾਂ ਵਿੱਚ ਜਾਣ ਦਾ, ਕਿਉਂਕਿ ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਇਹਨਾਂ ਦੀ ਬਰਾਦਰੀ ਇੰਨੀ ਉੱਚੀ ਨਹੀਂ, ਜਾਂ ਇਹਨਾਂ ਨੂੰ ਇਹ ਅਧਿਕਾਰ ਨਹੀਂ ਵੀ ਇਹ ਮੰਦਰ ਵਿੱਚ ਜਾਣ ਤੇ ਭਗਵਾਨ ਦੀ ਪੂਜਾ ਕਰਨ। ਹਾਲਾਂਕਿ ਦੇਖੋ, ਮੱਤ ਤੇ ਸਾਡੀ ਤੇ ਪੜਦਾ ਹੀ ਇਹਨੂੰ ਕਿਹਾ ਜਾ ਸਕਦਾ ਹੈ ਵੀ ਜਿਹੜੇ ਮਹਾਂਪੁਰਖ ਸਾਰੀ ਉਮਰ ਮੂਰਤੀ ਪੂਜਾ ਦਾ ਵਿਰੋਧ ਕਰਦੇ ਰਹੇ, ਉਹਨਾਂ ਦੀਆਂ ਹੀ ਮੂਰਤੀਆਂ ਬਣ ਗਈਆਂ। ਬਾਬਾ ਰਵਿਦਾਸ ਜੀ ਦੀ ਵੀ ਬਣ ਗਈ, ਬਾਬਾ ਕਬੀਰ ਜੀ ਦੀ ਵੀ ਬਣ ਗਈ, ਗੁਰੂ ਨਾਨਕ ਸਾਹਿਬ ਦੀ ਵੀ ਬਣ ਗਈ, ਔਰ ਅਸੀਂ ਉਹ ਬੜੇ ਚਾਅ ਨਾਲ ਖਰੀਦ ਕੇ ਲਿਆ ਰਹੇ। ਗੁਰੂ ਨਾਨਕ ਦੀਆਂ ਮੂਰਤੀਆਂ ਬਣ। ਪਿੱਛੇ ਜੇ ਕਿਸੇ ਨੇ ਇੱਕ ਭਾਰਤ ਵਿੱਚ ਇੱਕ ਚੌਂਕ 'ਚ ਵੀ ਜੜ ਦਿੱਤੀ ਸੀ, ਫਿਰ ਉਹ ਲਵਾਈ ਗਈ, ਗੁਰੂ ਨਾਨਕ ਦੀ ਮੂਰਤੀ। ਹੁਣ ਕਈਆਂ ਨੂੰ ਲੱਗਦਾ ਵੀ ਇਹਦੇ ਨਾਲ ਗੁਰੂ ਹੀ ਚੇਤੇ ਆਉਂਦਾ। ਜੇ ਸਾਨੂੰ ਜਪਜੀ ਦੀ ਬਾਣੀ ਨਾਲ ਗੁਰੂ ਚੇਤੇ ਨਹੀਂ ਨਾ ਆਇਆ, ਤੇ ਮੂਰਤੀਆਂ ਨਾਲ ਵੀ ਨਹੀਂ ਆਉਣਾ। ਸਾਡੇ ਬਜ਼ੁਰਗ ਜਿਹੜੇ ਸਨ, ਉਹ ਅਣਜਾਣ ਨਹੀਂ ਸਨ। ਕਿਉਂ ਨਹੀਂ ਬਣੀ ਸਿੱਖੀ ਦੇ ਵਿੱਚ 450 ਸਾਲ ਤੋਂ ਮੂਰਤੀ? ਸਾਡਾ 650 ਸਾਲ ਦਾ ਇਤਿਹਾਸ ਹੈ। 650 ਸਾਲ ਵਿੱਚ ਉਹਨਾਂ ਮੂਰਤੀ ਕਿਉਂ ਨਾ ਘੜੀ? ਜੇ ਮੂਰਤੀਆਂ ਨਾਲ ਹੀ ਗੁਰੂ ਚੇਤੇ, ਪੁਰਾਣਾ ਤਾਂ ਸਮਾਂ ਵੀ ਅਨਪੜ੍ਹਤਾ ਦਾ ਸਮਾਂ ਸੀ, ਉਦੋਂ ਤਾਂ ਮੂਰਤੀ ਵੇਖ ਕੇ ਕੋਈ ਗੁਰੂ ਨਾਨਕ ਨੂੰ ਚੇਤੇ ਕਰ ਸਕਦਾ ਸੀ। ਅੱਜ ਤਾਂ ਜ਼ਮਾਨਾ ਵੀ ਪੜ੍ਹਿਆ ਲਿਖਿਆ ਦਾ। ਤੁਸੀਂ ਇੱਕ ਬਟਨ ਆਪਣਾ, ਬਾਣੀ ਚੱਲ ਪੈਣੀ ਹੈ। ਭਾਵੇਂ ਤੁਸੀਂ ਟੀਵੀ 'ਚ ਵੇਖ ਲਓ, ਭਾਵੇਂ ਮੋਬਾਈਲ 'ਚੋਂ ਪੜ੍ਹ ਲਓ, ਜਿੱਥੇ ਸੁਣ ਵੀ ਸਕਦੇ ਹੋ। ਅੱਜ ਤਾਂ ਇੰਨੇ ਸਾਧਨ ਨੇ। ਅੱਜ ਸਾਡਾ ਇਹ ਲੌਜਿਕ ਹੈ, ਤਰਕ ਹੈ ਵੀ ਕੀ ਫਰਕ ਪੈਂਦਾ ਜੀ, ਫੋਟੋ ਵੇਖਾਂਗੇ, ਮੂਰਤੀ ਗੁਰੂ ਚੇਤੇ ਆ ਜਾਏਗਾ। ਤੇ ਪੁਰਾਣਾ ਸਮਾਂ ਜਿਹੜਾ ਸੀ ਨਾ, ਅੱਜ ਤੋਂ 100, 200, 300, 400 ਸਾਲ ਪੁਰਾਣਾ, ਉਦੋਂ ਤਾਂ ਇਹ ਵੀ ਅਨਪੜ੍ਹਤਾ ਸੀ, ਅੱਖਰੀ ਵਿਦਿਆ ਬਹੁਤ ਘੱਟ ਹੁੰਦੀ ਸੀ। ਪਰ ਉਦੋਂ ਸਾਡੇ ਬਜ਼ੁਰਗਾਂ ਨੂੰ ਇਹ ਕਿਉਂ ਨਾ ਸੁੱਝੀ ਵੀ ਇੱਕ ਮੂਰਤੀ ਘੜ ਲਈ ਹੈ ਵੀ ਗੁਰੂ ਚੇਤੇ ਆਇਆ ਕਰੇਗਾ। ਸਾਨੂੰ ਤਾਂ ਬਹੁਤਿਆਂ ਨੂੰ ਪੜ੍ਹਨਾ ਵੀ ਨਹੀਂ ਆਉਂਦਾ। ਪਰ ਨਹੀਂ, ਇੱਕ ਬੰਦੇ ਤੋਂ ਸੁਣ ਕੇ ਹੀ ਉਹ ਗੁਰੂ ਦੀ ਬਾਣੀ ਨਾਲ ਜੁੜੇ ਰਹੇ, ਗੁਰੂ ਨਾਲ ਜੁੜੇ ਰਹੇ। ਮੂਰਤੀ ਦਰਅਸਲ ਸਿੱਖੀ ਦਾ ਸਰਵਨਾਸ਼ ਕਰੇਗੀ, ਚੇਤੇ 'ਚ ਰੱਖਣਾ। ਉਹ ਕਿਉਂ? ਉਹਦੇ ਆਪਣੇ ਤਰਕ ਨੇ। ਮੈਂ ਇੱਕ ਉਦਾਹਰਣ ਦੇਣਾ। ਅੱਜ ਅਸੀਂ ਉਹ ਛੋਟੇ ਛੋਟੇ ਸਟੈਚੂ ਗੁਰੂ ਨਾਨਕ ਦੇ, ਭਗਤਾਂ ਦੇ, ਮਹਾਂਪੁਰਖਾਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ, ਅੱਜ ਤਾਂ ਆਪਾਂ ਚਾਅ ਨਾਲ ਲੈ ਆਉਂਦੇ ਹਨ ਕਿ ਉਹ ਸ਼ੋਅ ਪੀਸ ਵੀ ਹੈ, ਤੇ ਚਲੋ ਆਪਾਂ ਮੇਰੇ ਬਾਬੇ ਦੀ ਹੈ। ਹੁਣ ਜਿਹੜੀ ਥਾਂ ਗੁਟਕੇ ਜਾਂ ਪੋਥੀ ਲਈ ਹੋਣੀ ਚਾਹੀਦੀ ਸੀ, ਉੱਥੇ ਉਹਨੇ ਆ ਕੇ ਬਹਿ ਜਾਣਾ। ਫਿਰ ਸਾਨੂੰ ਲੋੜ ਨਹੀਂ ਰਹਿਣੀ ਵੀ ਅਸੀਂ ਬਾਣੀ ਪੜ੍ਹੀ। ਬਾਬੇ ਨੂੰ ਮੱਥਾ ਟੇਕਿਆ, ਧੂਪ ਅਗਰਬੱਤੀ ਦਿੱਤੀ, ਕੰਮ ਚੱਲ ਜਾਣਾ। ਹੁਣ ਉਹ ਜਿਹੜੀ ਮੂਰਤੀ ਹੈ, ਉਹਨੇ ਕਿਤੇ ਵੱਡੀ ਕਿ ਥੋੜ੍ਹਾ ਰਹਿਣਾ। ਉਹ ਵੀ ਹੈਸੀਅਤ ਮੁਤਾਬਕ ਵੱਡੀ ਛੋਟੀ ਹੁੰਦੀ ਜਾਏਗੀ। ਚਾਂਦੀ ਦੀਆਂ ਆਉਣਗੀਆਂ, ਤਾਂਬੇ ਦੀਆਂ ਆਉਣਗੀਆਂ, ਜਿਹੜੇ ਬਹੁਤੇ ਅਮੀਰ ਉਹ ਸੋਨੇ ਦੀਆਂ ਵੀ ਲਿਆ ਕੇ ਰੱਖ ਲੈਣਗੇ। ਸੋਨੇ ਦੇ ਗਹਿਣੇ ਵੀ ਆਪਾਂ ਘਰਾਂ 'ਚ ਰੱਖਦੇ, ਉਹ ਕਹਿਣਗੇ ਚਲੋ ਨਾਲੇ ਬਾਬੇ ਦਾ ਬਾਬਾ ਘਰ ਆ ਗਿਆ, ਨਾਲੇ ਸੋਨਾ ਪੈਸਾ ਸਾਂਭਿਆ ਗਿਆ, ਦੋਵੇਂ ਕੰਮ ਇਕੱਠੇ ਹੋ ਗਏ।
ਉਹ ਰੱਖੀ ਗਈ ਘਰ 'ਚ, ਉਹ ਵੱਡੀ ਹੋਏਗੀ। ਕੋਈ ਵੱਡੇ ਆਕਾਰ ਦੀ ਲਿਆਏਗਾ 2-4 ਫੁੱਟ ਦੀ, ਕੋਈ 10 ਫੁੱਟ ਦੀ, ਉਹ ਫਿਰ ਕੋਈ ਨਾ ਕੋਈ ਗੁਰਦੁਆਰੇ ਚੜਾ ਜਾਏਗਾ 2-4। ਆਪਾਂ ਕਹਿਣਾ ਮਹਾਰਾਜ ਦੀ ਹੈ, ਕਾਹਨੂੰ ਇਹਨੂੰ ਕੁਝ ਕਰਨਾ, ਆਪਾਂ ਖੂੰਜੇ ਲਾ ਛੱਡਾਂਗੇ। ਹੌਲੀ ਹੌਲੀ ਉਹ ਵੱਡੀ ਹੁੰਦੀ ਜਾਏਗੀ। ਉਹਨੂੰ ਫਿਰ ਕੁਝ ਜਦੋਂ ਸਾਨੂੰ ਆਦਤ ਪੈ ਗਈ ਨਾ, 1-2 ਪੀੜ੍ਹੀਆਂ ਮੂਰਤੀ ਪੂਜਣ ਦੀ ਆਦਤ ਬਣ ਗਈ, ਫਿਰ ਕੁਝ ਬੰਦਿਆਂ ਜਿੱਦ ਕਰ ਰਹੇ ਵੀ ਘਰਾਂ 'ਚ ਮੂਰਤੀਆਂ ਪਈਆਂ ਨੇ ਬਹੁਤੇ ਲੋਕਾਂ ਦੇ, ਆਪਾਂ ਗੁਰਦੁਆਰੇ ਵੀ ਇੱਕ ਕਮਰੇ 'ਚ ਵੱਖਰੀ ਮੂਰਤੀ ਲਾ ਦਈਏ, ਲੋਕ ਜੁੜੇ ਰਹਿਣਗੇ। ਤੁਸੀਂ ਵੇਖਣਾ ਇਹ ਚੀਜ਼ ਹੌਲੀ ਹੌਲੀ ਕਿਵੇਂ ਸਫ਼ਰ ਕਰਦੀ। ਫਿਰ ਇੱਕ ਪਾਸੇ ਮੂਰਤੀ ਲਾਉਣ ਦੀ ਜਿੱਦ ਕਰਨ ਵਾਲੇ ਹੋਣਗੇ, ਇੱਕ ਪਾਸੇ ਉਹ ਕਹਿਣ ਵਾਲੇ ਹੋਣਗੇ ਵੀ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਮੂਰਤੀ ਨਹੀਂ ਲਾਉਣੀ ਚਾਹੀਦੀ, ਸਾਡੇ ਕੋਲ ਤਾਂ ਬਾਣੀ ਦਾ ਖਜ਼ਾਨਾ ਹੈ। ਤੇ ਜਿਹੜੇ ਕਹਿਣਗੇ ਨਾ ਮੂਰਤੀ ਨਹੀਂ ਲਾਉਣੀ, ਉਹ ਵਿਚਾਰੇ ਫਸਣਗੇ ਦੋਹਰੇ, ਕਿਉਂਕਿ ਉਹਨਾਂ ਨੂੰ ਕਹਿਣਾ ਸੰਗਤ ਤੋੜਦੇ ਨੇ। ਹੁਣ ਤੁਸੀਂ ਵੇਖਿਓ ਇਹ ਇਸ ਤਰ੍ਹਾਂ ਗੱਲਾਂ ਬਣਦੀਆਂ ਰਹਿੰਦੀਆਂ। ਫਿਰ ਸਾਡੇ ਕੋਲ ਵੀ ਦਲੀਲਾਂ ਹੋਣਗੀਆਂ ਨਾ ਵੀ ਜੇ ਗੀਤਾ ਤੇ ਕ੍ਰਿਸ਼ਨ ਦੀ ਮੂਰਤੀ ਇਕੱਠੇ ਰਹਿ ਸਕਦੇ ਨੇ, ਰਮਾਇਣ ਤੇ ਰਾਮ ਦੀ ਮੂਰਤੀ ਇਕੱਠੇ ਰਹਿ ਸਕਦੇ ਨੇ, ਵੀ ਤੁਹਾਨੂੰ ਕੀ ਪ੍ਰੋਬਲਮ ਹੈ? ਗੁਰੂ ਗ੍ਰੰਥ ਸਾਹਿਬ ਤੇ ਗੁਰੂ ਨਾਨਕ ਦੀ ਮੂਰਤੀ ਇਕੱਠੇ ਕਿਉਂ ਨਹੀਂ ਰਹਿ ਸਕਦੇ? ਫਿਰ ਇੱਕ ਨਾਲ ਤਾਂ ਸਰਨਾ ਨਹੀਂ, 10 ਲਾਉਣੀਆਂ ਪੈਣਗੀਆਂ। ਫਿਰ ਗਾਂ ਬਾਬਾ ਬੁੱਢਾ ਜੀ ਦੀ ਬਣਾਵਾਂਗੇ, ਭਾਈ ਗੁਰਦਾਸ ਦੀ ਬਣਾਵਾਂਗੇ, ਸਾਡਾ ਮੰਦਰਾਂ ਨਾਲੋਂ ਵੀ ਬੁਰਾ ਹਾਲ ਹੋ ਜਾਏ। ਫਿਰ ਅਸੀਂ ਆਪਣੇ ਜਿਹੜੇ ਕਿਸੇ ਅਸੀਂ ਮਹਾਂਪੁਰਖ ਨਾਲ ਜੁੜੇ ਹਾਂ, ਡੇਰੇ ਨਾਲ, ਫਿਰ ਉਹਨਾਂ ਦੀਆਂ ਵੀ ਲਿਆਵਾਂਗੇ। ਸਾਥੋਂ ਤਾਂ ਸਾਂਭਿਆ ਹੀ ਨਹੀਂ ਜਾਣਾ, ਇੰਨਾ ਖਲਾਰਾ ਪੈ ਜਾ, ਤੇ ਗੁਰੂ ਸਾਹਿਬ ਦਾ ਸੰਦੇਸ਼ ਲੁਕ ਜਾਣਾ। ਇਹ ਹੌਲੀ ਹੌਲੀ ਇਸ ਤਰ੍ਹਾਂ ਹੁੰਦਾ। ਫਿਰ ਕੋਈ ਦੁੱਧ ਲਿਆਏਗਾ, ਕੋਈ ਖੀਰ ਨੇ ਕਿਹਾ, ਕਿਸੇ ਬੁੱਤ ਵੱਲ ਵੇਖ ਕੇ ਨਾ ਉਹ ਲੰਘਿਆ ਉਸ ਬੁੱਤ ਦੇ ਕੋਲ ਦੀ, ਤੇ ਉਹਨੇ ਸਿਰ ਨਾ ਝੁਕਾਇਆ, ਤੇ ਕਿਸੇ ਨੇ ਆਖਿਆ ਉਹ ਭਗਵਾਨ ਨੇ ਮੱਥਾ ਤਾਂ ਟੇਕ ਲਿਆ। ਕਹਿਣ ਲੱਗਿਆ ਮੈਂ ਨਹੀਂ ਟੇਕ। ਕਹਿੰਦਾ ਕਿਉਂ? ਕਹਿੰਦਾ ਬਈ ਭਗਵਾਨ ਥੋੜ੍ਹੀ ਹੈ, ਮੇਰਾ ਭਗਵਾਨ ਤਾਂ ਮੇਰੇ ਆਪਣੇ ਵਜੂਦ 'ਚ, ਮੈਂ ਹਰ ਇੱਕ ਵਿੱਚੋਂ ਭਗਵਾਨ ਵੇਖ। ਤੇ ਉਹਨੇ ਪੱਥਰ ਵੱਲ ਮੂੰਹ ਕਰਕੇ ਕਿਹਾ ਉਸ ਬੁੱਤ ਵੱਲ, ਕਹਿਣ ਲੱਗਾ ਸ਼ਾਬਾਸ਼ ਬੁੱਤੋ ਕਿਆ ਖੂਬ ਤਰੱਕੀ ਕੀ, ਜਬ ਤਰਾਸ਼ੇ ਨਾ ਥੇ ਤੋ ਪੱਥਰ ਤੇ, ਤਰਾਸ਼ੇ ਗਏ ਤੋ ਖੁਦਾ ਬਣ ਗਏ। ਤਰੱਕੀ ਤਾਂ ਇਹਨੂੰ ਕਹਿੰਦੇ ਨੇ। ਕੱਲ ਤੁਸੀਂ ਸੜਕ ਦੇ ਕੰਢੇ ਪਏ ਸੀ, ਅੱਜ ਕਿਸੇ ਨੇ ਮਾੜਾ ਜਿਹਾ ਤਰਾਸ਼ ਦਿੱਤਾ, ਖੁਦਾ ਹੋ ਗਿਆ। ਹੁਣ ਮੈਨੂੰ ਤੁਹਾਡੇ ਸਾਹਮਣੇ ਝੁਕਣਾ ਪੈ ਰਿਹਾ। ਜਿਹੜਾ ਨਹੀਂ ਝੁਕਦਾ ਉਹਨੂੰ ਦੁਨੀਆ ਕਾਫਰ ਕਹਿੰਦੀ, ਉਹਨੂੰ ਪਾਪੀ ਕਹਿੰਦੀ ਹੈ, ਉਹਨੂੰ ਸਾਕਤ ਕਹਿੰਦੀ ਹੈ, ਉਹਨੂੰ ਰੱਬ ਤੋਂ ਵਿਰੋਧੀ ਕਹਿੰਦੀ ਹੈ। ਤੋ ਫਿਰ ਇਹ ਗੱਲਾਂ ਘੜੀਆਂ ਜਾਂਦੀਆਂ ਨੇ। ਤੋ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਇਸ ਪੱਖ ਨੂੰ ਸਮਝਣਾ ਪਏਗਾ ਵੀ ਸਾਨੂੰ ਸਤਿਗੁਰੂ ਦੇ ਦਰਸ਼ਨ ਕਿੱਥੋਂ ਹੋਣਗੇ? ਉਹ ਗੁਰਬਾਣੀ 'ਚੋਂ ਹੋਣਗੇ। ਬਾਣੀ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਸੀਂ ਕੀ ਪੜ੍ਹਦੇ ਹਾਂ ਰੋਜ਼ ਅਰਦਾਸ ਵਿੱਚ? 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਗੱਲਾਂ ਦ੍ਰਿੜ ਵੀ ਕਰਨੀਆਂ ਨੇ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਸਾਡੇ ਰਹਿਨੁਮਾ, ਸਾਰੇ ਮਹਾਂਪੁਰਖਾਂ ਦਾ ਆਤਮਿਕ ਖਜ਼ਾਨਾ ਇਹਦੇ ਵਿੱਚ ਭਰਪੂਰ ਹੈ। ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏ। ਤੋ ਖੈਰ ਇੱਥੇ ਜਿਹੜਾ ਸ਼ਬਦ ਹੈ, ਹੁਣ ਉੱਥੇ ਕੀ ਹੁੰਦਾ ਸੀ ਵੀ ਹੁਣ ਬਾਬਾ ਰਵਿਦਾਸ ਸਾਹਿਬ ਕਹਿੰਦੇ ਨੇ, ਹੇ ਮੇਰੀ ਮਾਂ, ਮੈਂ ਕਿਹੜੀਆਂ ਸੁੱਚੀਆਂ ਚੀਜ਼ਾਂ ਲਿਆ ਕੇ ਗੋਬਿੰਦ ਦੀ ਪੂਜਾ ਕਰਾਂ? ਵੀ ਪ੍ਰੋਹਤ ਤਾਂ ਕਰ ਲੈਂਦਾ, ਮੂਰਤੀ ਅੱਗੇ ਉਹ ਚੀਜ਼ਾਂ ਭੇਟਾ ਕਰਦਾ। ਅਵਰ ਨਾ ਫੂਲ ਅਨੂਪ ਨਾ ਪਾਵਾਂ, ਉਸ ਸੋਹਣੇ ਅਨੂਪ ਦਾ ਮਤਲਬ ਜਿਹਨੂੰ ਕਿਸੇ ਨਾਲ ਕੰਪੇਅਰ ਨਾ ਕੀਤਾ। ਆਪਾਂ ਕਹਿ ਦਿੰਦੇ ਨਾ ਵੀ ਤੇਰਾ ਮੁੱਖ ਚੰਦ ਵਰਗਾ, ਤੂੰ ਫਲਾਨੇ ਵਰਗਾ ਸੋਹਣਾ ਹੈ, ਤੂੰ ਫਲਾਨੇ ਵਰਗਾ, ਪਰ ਜਿਹਦੇ ਵਰਗਾ ਕੋਈ ਹੋਵੇ ਹੀ ਨਾ ਹੋਰ, ਉਹ ਆਪਣੇ ਆਪ 'ਚ ਹੀ ਹੋਵੇ, ਉਹਨੂੰ ਆਪਾਂ ਕਹਿ ਨਹੀਂ ਸਕਦੇ ਵੀ ਤੂੰ ਫਲਾਨੇ। ਮਹਾਰਾਜ ਉਹਨੂੰ ਕਹਿੰਦੇ ਅਨੁਪਮ, ਤੇਰੀ ਉਪਮਾ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀ ਜਾਏ। ਉਹਨੂੰ ਕਹਿੰਦੇ ਅਨੁਪਮ। ਉਸ ਅਨੁਪਮ ਜਿਸ ਦਾ ਕਿਸੇ ਨਾਲ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ, ਤੁਲਨਾ ਨਹੀਂ ਕੀਤੀ ਜਾ ਸਕਦੀ, ਉਸ ਮਾਲਕ ਪਰਮੇਸ਼ਰ ਵਾਹਿਗੁਰੂ ਸੋਹਣੇ ਰੱਬ ਨੂੰ ਮੈਂ ਕਿਹੜੀ ਚੀਜ਼ ਭੇਟ ਕਰਾਂ? ਕੀ ਚੜਾਵੇ ਚੜਾਵਾਂ? ਕੀ ਫੁੱਲ ਆਦਿਕ ਅਰਪਿਤ ਕਰਾਂ? ਤੋਂ ਆਰੰਭ ਦੇ ਬਚਨ ਵਿੱਚ ਉਹ ਕਹਿੰਦੇ ਨੇ, ਕਿਉਂਕਿ ਪ੍ਰੋਹਤ ਕਹਿੰਦਾ ਸੁੱਚੇ ਲਿਆਓ, ਤਾਂ ਉਹ ਕਹਿੰਦੇ ਨੇ ਦੂਧ ਤਾਂ ਬਸ਼ਰੈ ਥਨੋਂ ਬਿਟਾਰਿਓ ਸ਼ਬਦ ਵਿਡਾਰਨ। ਪੰਜਾਬੀ 'ਚ ਵਿਡਾਰਨ ਕਿੰਨੇ ਦਾ ਮਤਲਬ ਹੁੰਦਾ? ਝੂਠਾ ਕਰਨਾ, ਖਰਾਬ ਕਰਨਾ। ਕਹਿੰਦੇ ਦੁੱਧ ਸੁੱਚਾ ਹੈ, ਪਸ਼ੂ ਦੇ ਜਿਸਮ 'ਚੋਂ ਆਇਆ ਨਾ, ਸਰੀਰ 'ਚੋਂ ਆਇਆ।
ਪਸ਼ੂ ਦੇ ਸਰੀਰ ਚੋਂ ਨਿਕਲਿਆ ਨਾ, ਲਿਕੁਇਡ ਹੈ ਨਾ, ਚਰਬੀ ਹੈ ਢਲ ਕੇ ਆਈ। ਦੁੱਧ ਵੀ ਉਹਦੀ ਚਰਬੀ ਹੈ ਜਿਹੜੀ ਢਲ ਕੇ ਪਸ਼ੂ ਦੇ ਸਰੀਰ ਚੋਂ ਨਿਕਲੀ। ਤੇ ਆਪਾਂ ਸਾਰੇ ਹੀ ਜਾਣਦੇ ਹਾਂ, ਪਸ਼ੂ ਪਾਲਦੇ ਰਹੇ ਹਾਂ, ਔਰ ਪਸ਼ੂ ਜਿਸ ਵੇਲੇ ਗਾਂ ਨੂੰ ਚੋਣਾ ਹੈ ਤਾਂ ਸਭ ਤੋਂ ਪਹਿਲਾਂ ਵੱਛੀ ਨੂੰ ਛੱਡਿਆ ਜਾਂਦਾ ਸੀ, ਪਸਮ ਪਵੇ। ਹੁਣ ਇੱਕ ਤਾਂ ਉਹ ਸਰੀਰ ਚੋਂ ਨਿਕਲਿਆ ਹੋਇਆ ਲਿਕੁਇਡ ਚਰਬੀ ਢਲ ਕੇ ਆਈ, ਤੇ ਦੂਜਾ ਬਛੜੇ ਨੇ ਤਾਂ ਪਹਿਲਾਂ ਹੀ ਝੂਠਾ ਕਰ ਦਿੱਤਾ। ਫਿਰ ਉਦੋਂ ਅਗਲੀ ਸੋਚ ਕਿਹੜੀ ਰਹਿ ਗਈ? ਹੁਣ ਜਿਹੜਾ ਰਾਹ 'ਚ ਫੜਨ ਵਾਲਾ, ਚੋ ਕੇ ਲਿਆਉਣ ਵਾਲਾ, ਉਹ ਵੀ ਸਧਾਰਨ ਬੰਦਾ, ਤੇ ਜੇ ਮਾੜਾ ਜਿਹਾ ਕਿਸੇ ਸ਼ਰਧਾਲੂ ਨੇ ਹੱਥ ਛੁਆ ਦਿੱਤਾ ਵੀ ਤੂੰ ਤਾਂ ਝੂਠਾ ਕਰ ਦਿੱਤਾ, ਉਹਨੂੰ ਉਹਦੇ ਗਲ ਪੈ ਜਾਣਾ ਵੀ ਤੂੰ ਝੂਠਾ ਕੀਤਾ। ਪਸ਼ੂ ਦੇ ਸਰੀਰ ਚੋਂ ਨਿਕਲਿਆ, ਬਛੜੇ ਨੇ ਝੂਠਾ ਕੀਤਾ ਗਾਂ ਨੂੰ ਪਸਮਾਉਣ ਵਾਸਤੇ, ਚੋਣ ਵਾਲੇ ਨੇ ਚੋਇਆ, ਫਿਰ ਬਸ ਮਾੜਾ ਜਿਹਾ ਮੰਦਰ ਵਿੱਚ ਹੱਥ ਲੱਗ ਗਿਆ ਕਿਸੇ ਦਾ ਤੇ ਉਹਦੇ ਗਲ ਪੈ ਜਾਣਾ, ਝੂਠਾ ਕਰ ਦਿੱਤਾ। ਪਿਛਲੀਆਂ ਗੱਲਾਂ ਕਿਸੇ ਨੇ ਵਿਚਾਰਨੀ ਵੀ ਆਈ ਚੀਜ਼ ਕਿੱਥੋਂ। ਦੂਧ ਤਾਂ ਬਸ਼ਰੈ ਥਲੋਂ ਬਿਟਾਰਿਓ ਫੂਲ ਭਵਰ, ਜਿਹੜੇ ਫੁੱਲ ਭੇਟਾ ਕੀਤੇ ਉਹਦੇ ਤੇ ਭਵਰਾ ਖੋਰੇ ਕਿੰਨੀ ਵਾਰ ਆ ਕੇ ਬੈਠਾ ਰਿਹਾ। ਪਹਿਲੋਂ ਮਧੂ ਮੱਖੀਆਂ ਕਿੰਨਾ ਚਿਰ ਆ ਕੇ, ਸ਼ਹਿਦ ਦੀਆਂ ਮੱਖੀਆਂ ਕਿੰਨਾ ਚਿਰ ਆ ਕੇ ਉੱਤੇ ਬੈਠੀ, ਉਹ ਪਹਿਲੋਂ ਉਹਦਾ ਰਸ ਪੀਂਦਾ ਰਿਹਾ, ਮੂੰਹ ਮਾਰਦਾ ਰਿਹਾ। ਉਹ ਫੂਲ ਭਵਰ ਜਲ ਮੀਨ ਵਗਾ, ਜਿਹੜਾ ਪਾਣੀ ਲਿਆਂਦਾ, ਪਾਣੀ 'ਚ ਖੋਰੇ ਕਿੰਨੇ ਜੀਵ ਸਨ, ਕਿੰਨੇ ਜੀਵ, ਮੱਛੀਆਂ ਆਦਿਕ ਪਾਣੀ ਵਿੱਚ। ਮੱਛੀਆਂ ਦਾ ਜੰਮਣਾ ਮਰਨਾ ਕਿਰਿਆ ਸਾਰੀ ਉਸ ਪਾਣੀ ਵਿੱਚ ਹੀ ਹੈ। ਹੋਰ ਕਿੰਨੇ ਨਿੱਕੇ ਮੋਟੇ ਜੀਵ ਜਿਹੜੇ ਸਾਨੂੰ ਦੀਦੇ ਹੀ ਨਹੀਂ। ਉਦਾਹਰਣ ਵਜੋਂ ਬਾਣੀ 'ਚ ਕਿਹਾ 42 ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਇ ਕਰੋ। ਬਾਬਾ ਨਾਮਦੇਵ ਸਾਹਿਬ ਦਾ ਵੀ ਹੂ ਬਹੂ ਰਲਦਾ ਇਹੋ ਜਿਹਾ ਇੱਕ ਸ਼ਬਦ, ਜਿੱਥੇ ਉਹ ਕਹਿੰਦੇ ਨੇ ਆਨੀ ਲੈ ਦੂਧ ਰਿਧਾਈ ਲੈ ਖੀਰੰਗ ਠਾਕੁਰ ਕੋ ਨੇ ਵੇਦ ਕਰੋ, ਪਹਿਲੇ ਦੂਧ ਬਿਟਾਰਿਓ ਬਸ਼ਰੇ ਬੀਠਲ ਪਹਿਲਾ ਕਾਇਕ। ਆਨੀ ਲੈ ਫੂਲ ਪਰੋਈ ਲੈ ਮਾਲਾ ਠਾकुर की हो पूज करो, पहले बास लई है भवरै बीठल पहला कायक। आनी ले कुंभ भराई ले उदक ठाकुर को इशनान कर। 42 ਲੱਖ जी जल मैं होते बीठल पहला कर। फिर वो अखीर ते अपनी गल कहंदे आखदे ने जतर जाओ तत बीठल पहला महा आनंद करे सदके। जिथे जावां उही होई, भवरे च भी वो सी, फुल च भी वो सी। ਉਹਨੇ ਆਪ ਹੀ ਆਪਣੇ ਆਪ ਨੂੰ ਮਾਣਿਆ, ਆਪੇ ਰਸੀਆ ਆਪ ਰਸ, ਆਪੇ ਰਾਵਣਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ। ਉਹ ਕਿੱਥੇ ਨਹੀਂ, ਭਵਰੇ 'ਚ ਵੀ ਉਹ ਹੈ, ਫੁੱਲ 'ਚ ਵੀ ਉਹ ਹੈ। ਉਹ ਤਾਂ ਆਪੇ ਹੀ ਆਪਣੇ ਆਪ ਨੂੰ ਮਾਣ ਰਿਹਾ, ਉਹਦੀ ਤੇ ਪੂਜਾ ਆਪਣੇ ਆਪ ਹੀ ਹੋ ਰਹੀ, ਉਹਨੂੰ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਭੇਟਾਂ ਨੇ। ਇਸੇ ਲਈ ਕਿਹਾ ਮਹਾਰਾਜ ਨੇ ਬਾਣੀ ਵਿੱਚ, ਤੇਰੋ ਕੀਆ ਤੁਝੇ ਕਿਆ ਰਪਾਉ, ਨਾਮ ਤੇਰਾ ਤੁਹੀ ਚਵਰ ਟੁਲਾ। ਕਿੱਡਾ ਵੀ ਸਮਾਦਕ ਪੱਖ ਹੈ। ਤੂੰ ਇੱਥੇ ਫਰਮਾਇਆ, ਕਹਿਣ ਲੱਗੇ ਵੀ ਜਲ ਮੀਨ ਵਿਗਾਰਿਓ, ਮੱਛੀ ਆਦਿਕ ਨੇ ਪਾਣੀ ਨੂੰ ਪਹਿਲਾਂ ਹੀ ਝੂਠਾ ਕਰ ਦਿੱਤਾ, ਵਿਗਾੜ ਦਿੱਤਾ। ਮੈਂ ਲਾਗਰ ਬੇਰੇ ਹੈ, ਮੈਂ ਲਾਗਰ ਕਹਿੰਦੇ ਨੇ ਮੱਲੇ ਇੱਕ ਪਰਬਤ ਹੈ ਭਾਰਤ ਵਿੱਚ। ਉਹ ਦਰਾਵੜਾਂ ਤੇ ਆਰੀਆਂ ਦੇ ਮੁਲਕ ਨੂੰ ਵੀ ਅੱਡ ਅੱਡ ਕਰਦਾ ਸੀ। ਉਹ ਬਿਲਕੁਲ ਐਸੇ ਸੈਂਟਰ ਪੁਆਇੰਟ ਦੇ ਉੱਤੇ ਵੀ ਉਹਨੂੰ ਮੰਨਿਆ ਜਾਂਦਾ। ਮੱਲਿਆ ਪਰਬਤ ਹੈ, ਪਹਾੜੀ ਏਰੀਆ, ਤੇ ਆਗਰ ਕਹਿੰਦੇ ਨੇ ਅਗਰ ਨੂੰ, ਚੰਦਨ ਨੂੰ। ਉਹ ਪਰਬਤ ਪਹਾੜ, ਉਹ ਏਰੀਆ ਪਰਬਤੀ ਏਰੀਆ ਜਿੱਥੇ ਅਗਰ ਚੰਦਨ ਹੁੰਦਾ, ਬਹੁਤ ਭਰਵੀਂ ਮਾਤਰਾ 'ਚ ਅੱਜ ਵੀ ਹੁੰਦਾ, ਉਹਨੂੰ ਮੱਲਿਆਗਰ ਇਕੱਠਾ ਹੀ ਕਹਿ ਦਿੰਦੇ ਨੇ। ਮੈਲਾਗਰ ਯਾਨੀ ਕਿ ਚੰਦਨ ਨੂੰ ਵਿਹੜੇ, ਵਿਹੜੇ ਦਾ ਮਤਲਬ ਵਿਹੜਿਆ ਹੋਇਆ ਹੈ। ਭੁਯੰਗ ਸੱਪ ਨੂੰ ਕਹਿੰਦੇ ਨੇ, ਕਿਉਂਕਿ ਚੰਦਨ ਦਾ ਬੂਟਾ ਜਿਹੜਾ ਉਹਦੀ ਤਸੀਰ ਠੰਡੀ ਹੁੰਦੀ ਹੈ, ਤੇ ਸੱਪ ਜਿਹੜੇ ਨੇ ਉਹਦੇ ਨਾਲ ਜਾ ਕੇ ਚੰਦਨ ਦੇ ਬੂਟੇ ਤੇ ਲਿਪਟ ਜਾਂਦੇ ਨੇ। ਜ਼ਰੀਲੇ ਨਾਗ ਚੰਦਨ ਦੇ ਰੁੱਖ ਨਾਲ ਲਿਪਟੇ ਨੇ। ਕਹਿਣ ਲੱਗੇ ਵੇਖ ਲਓ, ਚੰਦਨ ਤਾਂ ਪਹਿਲਾਂ ਹੀ ਝੂਠਾ ਹੋਇਆ ਪਿਆ। ਮੈਂ ਲਾਗਰ ਬੇਰੇ ਹੈ ਭੁਯੰਗਾ, ਵੇਖ ਅੰਮ੍ਰਿਤ ਬਸਾਂ ਇੱਕ ਸੰਗਾ। ਕੁਦਰਤ ਦੀ ਕਿਆ ਅਚਰਜ ਬਾਤ ਹੈ ਵੀ ਜ਼ਹਿਰ ਤੇ ਅੰਮ੍ਰਿਤ ਮਾਨੋ ਇਕੱਠੇ ਹੀ ਰਹਿ ਰਹੇ, ਇੱਕੇ ਜਗ੍ਹਾ ਵਸ ਰਹੇ। ਫਿਰ ਅੱਗੇ ਫਰਮਾਇਆ, ਧੂਪ ਦੀਪ ਨਹੀਂ ਬੇਦਾ ਬਾਸਾ। ਜੋਤ ਜਗਾਈ, ਧੂਪ ਜਗਾਈ। ਹੁਣ ਆਪਾਂ ਤਾਂ ਆਪਣੇ ਵੱਲੋਂ ਸੁੱਚੀ ਕਰਕੇ ਜਗਾਈ ਨਾ, ਧੂਪ ਸੁੱਚੀ ਹੈ, ਦੀਵਾ ਜਗਾਇਆ। ਫਿਰ ਅੱਗੇ ਕੀ, ਨੈਵੇਦ ਕਹਿੰਦੇ ਉਹ ਪਕਵਾਨ ਨੂੰ ਜਿਹੜਾ ਭੋਗ ਲਵਾਉਣ ਲਈ ਲਿਆਂਦਾ ਹੋ। ਹੁਣ ਉਹਦੀ ਵਾਸ਼ਨਾ ਜਦੋਂ ਸਾਡੇ ਨੱਕ ਨੂੰ ਚੜ੍ਹਦੀ ਹੈ ਤੇ ਫਿਰ ਕਈ ਵਾਰ ਵਾਪਸ ਹੁੰਦੀ, ਉਹ ਸਾਰੇ ਉਹ ਵੀ ਤਾਂ ਝੂਠੀ ਹੋ ਰਹੀ ਹੈ ਨਾ ਸਾਡੇ ਨੱਕ ਨਾਲ ਖਹਿ ਕੇ। ਕੈਸੇ ਪੂਜ ਕਰੇ ਤੇਰੀ ਦਾਸਾ, ਹੇ ਮੇਰੇ ਮਾਲਕ ਵਾਹਿਗੁਰੂ, ਅਸੀਂ ਤੇਰੇ ਦਾਸ, ਤੇਰੇ ਸੇਵਕ, ਤੇਰੇ ਪੁਜਾਰੀ, ਕਿਵੇਂ ਤੇਰੀ ਪੂਜਾ ਕਰੀਏ? ਸਾਨੂੰ ਤਾਂ, ਮੈਨੂੰ ਤਾਂ ਕੋਈ ਚੀਜ਼ ਵੀ ਸੁੱਚੀ ਨਹੀਂ ਲੱਗਦੀ।
जिस पद्धर की पुरोहित कहता भी सुची होवे। फिर अगे आखते ने, फिर पूछया बाबा रविदास साहब जी नूं कि तुहाडी दृष्टि च किवें करना चाहिए, पूजा किवें करिए। फिर वो कहते मैं जो करदा वो ये है, तन मन अरपों पूज चरावों, अपना तन वाहिगुरू नूं भेंट करो। इसदा मतलब भी शरीर नाल चंगे अमल करो, इनू रब दा समझ के इस शरीर दा सत्कार करो, इस शरीर नाल भला करो। अखां नाल भला वेखो, कन्नां नाल भला सुनो, जुबान नाल भला बोलो, अपने ज्ञान इंद्रे, अपने कर्म, अपने मन नूं सवारदे रहो। ये रब दी भेट है, ये असल पूजा है। अपने मन विच चंगे ख्याल पैदा करो, मन नूं सुथरा रखो, ये उहदी भेटा करो। मन तन अरपों, उहनूं अर्पित करो, पूज चढ़ावो। ये है असली भेटा जिहड़ी पूजा वास्ते चढ़ाई जानी चाहिए। फिर की कहते, गुर प्रसाद निरंजन पाऊँ, गुरु के उपदेश नाल मैं माया के प्रभाव तो मुक्त परमेश्वर नूं इवें पा लिया। मैं तो आ पूजा करके पाया, गुरु का उपदेश कमाया, अपना वजूद, अपना जीवन रब दा समझ के जीविया, ਉਹਦੀ ਦਾਤ समझी जीवन नूं, मन नूं, ख्यालां नूं, कर्मां नूं, मन वचन कर्म करके मैं सुचज्जा व्यवहार किया, पवित्र जीवन जीविया। मैं आ पूजा की ते इवें मैं पाया परमेश्वर। फिर अगे आखते ने, पूजा अर्चा आहे ना तोरी। बाबा रविदास जी कहते भी हुण जिहड़ी मैं उत्ते दसी ना, ਇਹਦੇ ਤੋਂ वधिया कोई पूजा होर नहीं हो सकती, ते बाकी मैनूं करनी भी नहीं आउंदी। वो कहते बाकी मैनू नहीं कुछ करना आउंदा, मैं तो इन्ने जोगा। मैं कलगीधर महाराज का जीवन पढ़ रहा सा, तो सतगुरु गुरु गोबिंद सिंह साहब के जीवन की सब तो स्वादली गल पता की है? अमृत के दाते गरीब नवाज गुरु गोबिंद सिंह साहब ने जिस वेले सरसा नदी नूं पार किया, तो मैं काउंट कर रहा सा, सतगुरु वधेरे अपने मुसलमान श्रद्धालुओं के घर में, तो सुभावक है उन्होंने सेवा छकण छकाउण दी भी कीती होएगी। गुरु के जीवन च भरम नहीं, सतगुरु ने साडे जीवन च भी भरम कढे। सफाई रखना साडा धर्म है, सोच नहीं रखी जा सकती। गुरु ने कहा भी मुख चुली करके सुच्चा नहीं हुंदा, साफ हुंदा है। ते सुच्चा किवें हुंदा है? सच बोलण नाल। हथ पानी नाल मैल ला के साफ हो सकते हैं, पर सुच्चे किवें होणगे? सेवा करन नाल, भला करन नाल। जानी कि सोच जिहड़ी है, इनू सतगुरु ने बाणी दे विच की फरमाया? सोच करे दिन सिर रात, मन की मैल ना तन ते जात। इस देही को बहु साधना करे, मन ते कबू ना बिख्या टरै। जल धोवै बहु देह अनीत, शुद्ध कहा होए काची पीत। फिर सतगुरु की मुबारक बाणी का यह वाक है, सोच होवै तां सच पाइए। जे सच है तो तुसी पवित्र। तो गरीब नवाज कहते हैं, कह रविदास कवन गत मोरी। भाई आ जिहड़ी भरम पखंड रूप पूजा है तो मेरे तो हो नहीं सकनी, सो इस हिसाब नाल मेरी की हालत होएगी, पुरोहित के हिसाब नाल मेरी की हालत होएगी। उन्होंने कि स्पष्ट कर दिता भी मैं तो निरंजन नूं पा लिया। वो जो मर्जी तर्क ते व्याख्या घड़ता रहे, पर मैं परमेश्वर नाल जुड़िया और मैं गुरु के उपदेश की कमाई करके अपना आप समर्पित करके जुड़िया। गरीब नवाज रहमत करन, आपां भी सतगुरु के इस पावन उपदेश नूं कमा सकीए। सतगुरु महाराज की ये विचार, ये उपदेश साडे जीवन का हिस्सा बने। गरीब नवाज होईयां भुल्लां चुकां दी खिमा बख्शण। आप सबना दा धन्नवाद। अदब सहित गुरु फतेह नाल सांझ बनाओ जी। वाहिगुरू जी का खालसा, वाहिगुरू जी की फतेह।